ਓਮ ਸ਼ਾਂਤੀ। ਅੱਜ ਸੁਣਦੇ ਹਾਂ 12 ਜੂਨ 2022 ਦੇ ਬਾਬਾ ਦੇ ਅਵਿਅਕਤ ਮਹਾਵਾਕ। ਰਿਵਾਈਜ਼ ਕੋਰਸ ਦੀ ਮੁਰਲੀ ਹੈ 3 ਅਪ੍ਰੈਲ 91 ਦੀ। ਮੁਰਲੀ ਦਾ ਸਾਰ ਹੈ, ਸਰਵ ਹੱਦਾਂ ਤੋਂ ਨਿਕਲ ਬੇਹੱਦ ਦੇ ਵੈਰਾਗੀ ਬਣੋ। ਸਰਵ ਹੱਦਾਂ ਤੋਂ ਨਿਕਲ ਬੇਹੱਦ ਦੇ ਵੈਰਾਗੀ ਬਣੋ। ਅੱਜ ਕਲਪ ਬਾਅਦ ਫਿਰ ਤੋਂ ਮਿਲਨ ਮਨਾਨ ਸਾਰੇ ਬੱਚੇ ਆਪਣੇ ਸਾਕਾਰੀ ਸਵੀਟ ਹੋਮ ਮਧੂਬਨ ਵਿੱਚ ਪਹੁੰਚ ਗਏ ਨੇ। ਸਾਕਾਰੀ ਵਤਨ ਦਾ ਸਵੀਟ ਹੋਮ ਮਧੂਬਨ ਹੀ ਹੈ, ਜਿੱਥੇ ਬਾਪ ਤੇ ਬੱਚਿਆਂ ਦਾ ਰੂਹਾਨੀ ਮੇਲਾ ਲੱਗਦਾ ਹੈ। ਮਿਲਨ ਮੇਲਾ ਹੁੰਦਾ ਹੈ ਤਾਂ ਸਾਰੇ ਬੱਚੇ ਮਿਲਨ ਮੇਲੇ ਵਿੱਚ ਆਏ ਹੋਏ ਨੇ। ਇਹ ਬਾਪ ਤੇ ਬੱਚਿਆਂ ਦਾ ਮਿਲਨ ਸਿਰਫ ਇਸ ਸੰਗਮ ਯੁੱਗ ਤੇ ਮਧੂਬਨ ਵਿੱਚ ਹੀ ਹੁੰਦਾ ਹੈ। ਇਸ ਲਈ ਸਾਰੇ ਦੌੜ ਦੌੜ ਕੇ ਮਧੂਬਨ ਵਿੱਚ ਪਹੁੰਚੇ ਹੋ। ਮਧੂਬਨ ਬਾਪ ਦਾਦਾ ਦਾ ਸਾਕਾਰ ਰੂਪ ਵਿੱਚ ਮਿਲਨ ਕਰਾਂਦਾ ਤੇ ਨਾਲ ਨਾਲ ਸਹਿਜ ਯਾਦ ਦੁਆਰਾ ਅਵਿਅਕਤ ਮਿਲਨ ਵੀ ਕਰਾਂਦਾ ਹੈ, ਕਿਉਂਕਿ ਮਧੂਬਨ ਧਰਨੀ ਨੂੰ ਰੂਹਾਨੀ ਮਿਲਨ ਦੀ ਸਾਕਾਰ ਰੂਪ ਵਿੱਚ ਮਿਲਨ ਦੀ ਅਨੁਭੂਤੀ ਦਾ ਵਰਦਾਨ ਮਿਲਿਆ ਹੋਇਆ ਹੈ। ਵਰਦਾਨੀ ਧਰਨੀ ਹੋਣ ਦੇ ਕਾਰਨ ਮਿਲਨ ਦਾ ਅਨੁਭਵ ਸਹਿਜ ਕਰਦੇ ਹੋ। ਹੋਰ ਕੋਈ ਵੀ ਥਾਂ ਤੇ ਗਿਆਨ ਸਾਗਰ ਗਿਆਨ ਨਦੀਆਂ ਦਾ ਮਿਲਨ ਮੇਲਾ ਨਹੀਂ ਹੁੰਦਾ। ਸਾਗਰ ਤੇ ਨਦੀਆਂ ਦੇ ਮਿਲਨ ਮੇਲੇ ਦਾ ਇੱਕੋ ਹੀ ਸਥਾਨ ਹੈ। ਅਜਿਹੇ ਮਹਾਨ ਵਰਦਾਨੀ ਧਰਤੀ ਤੇ ਆਏ ਹੋ, ਅਜਿਹਾ ਸਮਝਦੇ ਹੋ। ਤਪੱਸਿਆ ਵਰਸ਼ ਵਿੱਚ ਵਿਸ਼ੇਸ਼ ਇਸ ਕਲਪ ਵਿੱਚ ਪਹਿਲੀ ਵਾਰ ਮਿਲਣ ਵਾਲੇ ਬੱਚਿਆਂ ਨੂੰ ਗੋਲਡਨ ਚਾਂਸ ਮਿਲਿਆ ਹੈ। ਕਿੰਨੇ ਲੱਕੀ ਹੋ। ਤਪੱਸਿਆ ਦੇ ਆਦਿ ਵਿੱਚ ਨਵੇਂ ਬੱਚਿਆਂ ਨੂੰ ਐਕਸਟਰਾ ਬਲ ਮਿਲਿਆ ਹੈ। ਆਦਿ ਵਿੱਚ ਇਹ ਐਕਸਟਰਾ ਬਲ ਅੱਗੇ ਦੇ ਲਈ ਅੱਗੇ ਵਧਾਉਣ ਵਿੱਚ ਸਹਿਯੋਗੀ ਬਣੇਗਾ। ਇਸ ਲਈ ਨਏ ਬੱਚਿਆਂ ਨੂੰ ਡਰਾਮਾ ਨੇ ਅੱਗੇ ਵਧਣ ਦਾ ਸਹਿਯੋਗ ਦਿੱਤਾ। ਇਸ ਲਈ ਇਹ ਉਲਾਨਾ ਨਹੀਂ ਦੇ ਸਕੋਗੇ ਕਿ ਅਸੀਂ ਤਾਂ ਪਿੱਛੇ ਆਏ। ਨਹੀਂ, ਤਪੱਸਿਆ ਵਰਸ਼ ਨੂੰ ਵਰਦਾਨ ਮਿਲਿਆ ਹੋਇਆ ਹੈ। ਤਪੱਸਿਆ ਵਰਸ਼ ਵਿੱਚ ਵਰਦਾਨੀ ਭੂਮੀ ਤੇ ਆਉਣ ਦਾ ਅਧਿਕਾਰ ਮਿਲਿਆ ਹੈ, ਚਾਂਸ ਮਿਲਿਆ ਹੈ। ਇਹ ਐਕਸਟਰਾ ਭਾਗਯ ਘੱਟ ਨਹੀਂ ਹੈ। ਇਹ ਵਰਸ਼ ਦਾ ਮਧੂਬਨ ਧਰਨੀ ਦਾ ਆਪਣੇ ਪੁਰਸ਼ਾਰਥ ਦਾ ਤਿੰਨੋਂ ਵਰਦਾਨ ਵਿਸ਼ੇਸ਼ ਤੁਸੀਂ ਨਏ ਬੱਚਿਆਂ ਨੂੰ ਮਿਲੇ ਹੋਏ ਨੇ। ਕਿੰਨੇ ਲੱਕੀ ਹੋਏ। ਐਨੇ ਅਵਿਨਾਸ਼ੀ ਭਾਗਯ ਦਾ ਨਸ਼ਾ ਨਾਲ ਰੱਖਣਾ। ਸਿਰਫ ਇੱਥੋਂ ਤੱਕ ਨਸ਼ਾ ਨਾ ਰਹੇ, ਲੇਕਿਨ ਅਵਿਨਾਸ਼ੀ ਬਾਪ ਹੈ। ਅਵਿਨਾਸ਼ੀ ਸ੍ਰੇਸ਼ਟ ਆਤਮਾਵਾਂ ਹੋ। ਭਾਗਯ ਵੀ ਅਵਿਨਾਸ਼ੀ ਹੈ। ਅਵਿਨਾਸ਼ੀ ਭਾਗਯ ਨੂੰ ਅਵਿਨਾਸ਼ੀ ਰੱਖਣਾ, ਇਹ ਸਿਰਫ ਸਹਿਜ ਅਟੈਂਸ਼ਨ ਦੇਣ ਦੀ ਗੱਲ ਹੈ। ਟੈਂਸ਼ਨ ਵਾਲਾ ਅਟੈਂਸ਼ਨ ਨਹੀਂ, ਸਹਿਜ ਅਟੈਂਸ਼ਨ ਹੋਵੇ। ਮੁਸ਼ਕਿਲ ਹੈ ਵੀ ਕੀ। ਮੇਰਾ ਬਾਬਾ ਜਾਣ ਲਿਆ, ਮੰਨ ਲਿਆ, ਤਾਂ ਜੋ ਜਾਣ ਲਿਆ, ਮੰਨ ਲਿਆ, ਅਨੁਭਵ ਕਰ ਲਿਆ, ਅਧਿਕਾਰ ਪ੍ਰਾਪਤ ਹੋ ਗਿਆ, ਫਿਰ ਮੁਸ਼ਕਿਲ ਕੀ। ਸਿਰਫ ਇੱਕ ਹੀ ਮੇਰਾ ਬਾਬਾ, ਇਹ ਅਨੁਭਵ ਹੁੰਦਾ ਰਹੇ। ਇਹੀ ਫੁੱਲ ਨੌਲੇਜ ਹੈ। ਇੱਕ ਬਾਬਾ ਸ਼ਬਦ ਵਿੱਚ ਸਾਰਾ ਆਦਿ ਮਧਿਅੰਤ ਦਾ ਗਿਆਨ ਸਮਾਇਆ ਹੋਇਆ ਹੈ, ਕਿਉਂਕਿ ਬੀਜ ਹੈ ਨਾ। ਬੀਜ ਵਿੱਚ ਸਾਰਾ ਝਾੜ ਸਮਾਇਆ ਹੋਇਆ ਹੁੰਦਾ ਹੈ ਨਾ। ਵਿਸਤਾਰ ਭੁੱਲ ਜਾਂਦਾ ਹੈ, ਲੇਕਿਨ ਇੱਕ ਸਾਰ, ਇੱਕ ਬਾਬਾ ਸ਼ਬਦ, ਇਹ ਯਾਦ ਰਹਿਣਾ ਮੁਸ਼ਕਿਲ ਨਹੀਂ ਹੈ। ਸਦਾ ਸਹਿਜ ਹੈ ਨਾ, ਕਦੇ ਸਹਿਜ ਕਦੇ ਮੁਸ਼ਕਿਲ ਨਹੀਂ। ਸਦਾ ਬਾਬਾ ਮੇਰਾ ਹੈ ਕਿ ਕਦੇ ਕਦੇ ਮੇਰਾ ਹੈ। ਜਦੋਂ ਸਦਾ ਬਾਬਾ ਮੇਰਾ ਹੈ ਤਾਂ ਯਾਦ ਵੀ ਸਦਾ ਸਹਿਜ ਹੈ। ਕੋਈ ਮੁਸ਼ਕਿਲ ਗੱਲ ਨਹੀਂ। ਭਗਵਾਨ ਨੇ ਕਿਹਾ ਤੁਸੀਂ ਮੇਰੇ, ਤੁਸੀਂ ਕਿਹਾ ਭਗਵਾਨ ਸਾਡਾ, ਫਿਰ ਕੀ ਮੁਸ਼ਕਿਲ। ਇਸ ਲਈ ਵਿਸ਼ੇਸ਼ ਨਵੇਂ ਬੱਚੇ ਹੋਰ ਅੱਗੇ ਵਧੋ।
ਹੁਣ ਵੀ ਅੱਗੇ ਵਧਣ ਦਾ ਚਾਂਸ ਹੈ। ਹਾਲੇ ਫਾਈਨਲ ਸਮਾਪਤੀ ਦਾ ਬਿਗੁਲ ਨਹੀਂ ਵੱਜਿਆ। ਇਸ ਲਈ ਉੱਡੋ, ਹੋਰਾਂ ਨੂੰ ਵੀ ਉਡਾਉਂਦੇ ਚਲੋ। ਇਸ ਦੀ ਵਿਧੀ ਹੈ ਵੇਸਟ, ਅਰਥਾਤ ਵਿਅਰਥ ਨੂੰ ਬਚਾਓ। ਬਚਤ ਦਾ ਖਾਤਾ, ਜਮਾ ਦਾ ਖਾਤਾ ਵਧਾਉਂਦੇ ਚਲੋ, ਕਿਉਂਕਿ 63 ਜਨਮ ਤੋਂ ਬਚਤ ਨਹੀਂ ਕੀਤੀ, ਗਵਾਇਆ ਹੀ ਗਵਾਇਆ ਹੈ। ਸਾਰੇ ਖਾਤੇ ਵਿਅਰਥ ਗਵਾ ਕੇ ਖਤਮ ਕਰ ਦਿੱਤੇ। ਸਵਾਂਸ ਦਾ ਖਜ਼ਾਨਾ ਵੀ ਗਵਾਇਆ, ਸੰਕਲਪ ਦਾ ਖਜ਼ਾਨਾ ਵੀ ਗਵਾਇਆ, ਸਮੇਂ ਦਾ ਖਜ਼ਾਨਾ ਵੀ ਗਵਾਇਆ, ਗੁਣਾਂ ਦਾ ਖਜ਼ਾਨਾ ਵੀ ਗਵਾਇਆ, ਸ਼ਕਤੀਆਂ ਦਾ ਖਜ਼ਾਨਾ ਵੀ ਗਵਾਇਆ, ਗਿਆਨ ਦਾ ਖਜ਼ਾਨਾ ਵੀ ਗਵਾਇਆ। ਕਿੰਨੇ ਖਾਤੇ ਖਾਲੀ ਹੋ ਗਏ। ਹੁਣ ਇਹਨਾਂ ਸਾਰੇ ਖਾਤਿਆਂ ਨੂੰ ਜਮ੍ਹਾਂ ਕਰਨਾ ਹੈ। ਜਮ੍ਹਾਂ ਹੋਣ ਦਾ ਸਮਾਂ ਹੁਣ ਹੈ। ਜਮ੍ਹਾਂ ਕਰਨ ਦੀ ਵਿਧੀ ਵੀ ਬਾਪ ਦੁਆਰਾ ਸਹਿਜ ਮਿਲ ਰਹੀ ਹੈ। ਵਿਨਾਸ਼ੀ ਖਜ਼ਾਨੇ ਖਰਚ ਕਰਨ ਤੋਂ ਘੱਟ ਹੁੰਦੇ ਨੇ, ਖੁੱਟਦੇ ਨੇ। ਇਹ ਸਭ ਖਜ਼ਾਨੇ ਜਿਨ੍ਹਾਂ ਸਵ ਪ੍ਰਤੀ, ਹੋਰਾਂ ਦੇ ਪ੍ਰਤੀ ਸ਼ੁੱਧ ਵ੍ਰਿੱਤੀ ਵਿੱਚ ਕੰਮ ਵਿੱਚ ਲਗਾਓਗੇ, ਉਹਨਾਂ ਜਮ੍ਹਾਂ ਹੁੰਦਾ ਜਾਏਗਾ, ਵਰਤਾ ਜਾਏਗਾ। ਇੱਥੇ ਖਜ਼ਾਨਿਆਂ ਨੂੰ ਕੰਮ ਵਿੱਚ ਲਗਾਣਾ। ਜਿੰਨਾ ਖਜ਼ਾਨੇ ਜਮ੍ਹਾਂ ਕਰੋਗੇ ਓਨੇ ਵੱਧਦੇ ਜਾਣਗੇ। ਉੱਥੇ ਜਮ੍ਹਾਂ ਕਰਨ ਦੀ ਵਿਧੀ ਹੋਰ ਹੈ, ਇੱਥੇ ਲਗਾਣਾ ਇਹੀ ਜਮ੍ਹਾਂ ਕਰਨ ਦੀ ਵਿਧੀ ਹੈ। ਫਰਕ ਹੈ ਨਾ। ਸਮੇਂ ਨੂੰ ਸਵ ਪ੍ਰਤੀ, ਹੋਰਾਂ ਦੇ ਪ੍ਰਤੀ ਸ਼ੁੱਧ ਕੰਮ ਵਿੱਚ ਲਗਾਓ ਤਾਂ ਜਮ੍ਹਾਂ ਹੁੰਦਾ ਜਾਏਗਾ। ਗਿਆਨ ਨੂੰ ਕਾਰਜ ਵਿੱਚ ਲਗਾਓ। ਐਵੇਂ ਹੀ ਗੁਣਾਂ ਨੂੰ, ਸ਼ਕਤੀਆਂ ਨੂੰ ਜਿੰਨਾ ਲਗਾਓਗੇ ਓਨਾ ਵਧੇਗਾ। ਇਹ ਨਹੀਂ ਸੋਚਣਾ ਜਿਵੇਂ ਉਹ ਲੋਕਰ ਵਿੱਚ ਰੱਖ ਦਿੰਦੇ ਨੇ, ਸਮਝਦੇ ਨੇ ਬਹੁਤ ਜਮ੍ਹਾਂ ਹੈ। ਐਵੇਂ ਸੋਚੋ ਮੇਰੀ ਬੁੱਧੀ ਵਿੱਚ ਗਿਆਨ ਬਹੁਤ ਹੈ, ਗੁਣ ਵੀ ਮੇਰੇ 'ਚ ਬਹੁਤ ਨੇ, ਸ਼ਕਤੀਆਂ ਵੀ ਬਹੁਤ ਨੇ, ਲੇਕਿਨ ਲਾਕਅਪ ਕਰਕੇ ਨਹੀਂ ਰੱਖਣਾ, ਯੂਜ਼ ਕਰਨਾ ਹੈ। ਸਮਝਿਆ। ਜਮ੍ਹਾਂ ਕਰਨ ਦੀ ਵਿਧੀ ਕੀ ਹੈ? ਕਾਰਜ ਵਿੱਚ ਲਗਾਣਾ। ਸਵ ਪ੍ਰਤੀ ਵੀ ਯੂਜ਼ ਕਰੋ, ਨਹੀਂ ਤਾਂ ਲੂਜ਼ ਹੋ ਜਾਓਗੇ। ਕਈ ਬੱਚੇ ਕਹਿੰਦੇ ਨੇ ਮੇਰੇ ਅੰਦਰ ਸਾਰੇ ਖਜ਼ਾਨੇ ਸਮਾਏ ਹੋਏ ਨੇ, ਲੇਕਿਨ ਸਮਾਇਆ ਹੋਇਆਂ ਦੀ ਨਿਸ਼ਾਨੀ ਕੀ ਹੋਏਗੀ? ਸਮਾਏ ਹੋਏ ਨੇ ਅਰਥਾਤ ਜਮ੍ਹਾਂ ਨੇ, ਉਸ ਦੀ ਨਿਸ਼ਾਨੀ ਹੈ ਸਵ ਪ੍ਰਤੀ, ਹੋਰਾਂ ਦੇ ਪ੍ਰਤੀ ਸਮੇਂ ਤੇ ਕੰਮ ਵਿੱਚ ਆਣ। ਕੰਮ ਵਿੱਚ ਆਏ ਹੀ ਨਹੀਂ ਤੇ ਕਹਿੰਦੇ ਰਹੋ ਬਹੁਤ ਜਮ੍ਹਾਂ ਹੈ, ਬਹੁਤ ਜਮ੍ਹਾਂ ਹੈ। ਇਸ ਨੂੰ ਯਥਾਰਥ ਜਮ੍ਹਾਂ ਦੀ ਵਿਧੀ ਨਹੀਂ ਕਹਾਂਗੇ। ਇਸ ਲਈ ਅਗਰ ਯਥਾਰਥ ਵਿਧੀ ਨਹੀਂ ਹੋਏਗੀ, ਸਮੇਂ ਤੇ ਸੰਪੂਰਨਤਾ ਦੀ ਸਿੱਧੀ ਨਹੀਂ ਮਿਲੇਗੀ, ਧੋਖਾ ਮਿਲ ਜਾਏਗਾ। ਸਿੱਧੀ ਨਹੀਂ ਮਿਲੇਗੀ ਤਾਂ ਗੁਣਾਂ ਨੂੰ, ਸ਼ਕਤੀਆਂ ਨੂੰ ਕਾਰਜ ਵਿੱਚ ਲਗਾਓ ਤਾਂ ਵੱਧਦੇ ਜਾਣਗੇ। ਬਚਤ ਦੀ ਵਿਧੀ, ਜਮ੍ਹਾਂ ਕਰਨ ਦੀ ਵਿਧੀ ਨੂੰ ਅਪਣਾਓ, ਫਿਰ ਵਿਅਰਥ ਦਾ ਖਾਤਾ ਸਵਤः ਹੀ ਪਰਿਵਰਤਨ ਹੋ ਸਫਲ ਹੋ ਜਾਵੇਗਾ। ਜਿਵੇਂ ਭਗਤੀ ਮਾਰਗ ਵਿੱਚ ਨਿਯਮ ਹੈ, ਜਿੰਨਾ ਤੁਹਾਡਾ ਸਥੂਲ ਧਨ ਹੈ ਉਸ ਦੇ ਲਈ ਕਹਿੰਦੇ ਨੇ ਦਾਨ ਕਰੋ, ਸਫਲ ਕਰੋ, ਵੱਧਦਾ ਜਾਏਗਾ। ਸਫਲ ਕਰਨ ਦੇ ਲਈ ਕਿੰਨਾ ਉਮੰਗ ਉਤਸ਼ਾਹ ਵਧਾਉਂਦੇ ਨੇ ਭਗਤੀ ਵਿੱਚ ਵੀ। ਤਾਂ ਹੁਣ ਵੀ ਤਪੱਸਿਆ ਵਰਸ਼ ਵਿੱਚ ਸਿਰਫ ਇਹ ਨਹੀਂ ਚੈੱਕ ਕਰੋ ਵਿਅਰਥ ਕਿੰਨਾ ਗਵਾਇਆ। ਵਿਅਰਥ ਗਵਾਇਆ ਉਹ ਵੱਖ ਗੱਲ ਹੈ, ਲੇਕਿਨ ਇਹ ਚੈੱਕ ਕਰੋ ਸਫਲ ਕਿੰਨਾ ਕੀਤਾ। ਜੋ ਸਾਰੇ ਖਜ਼ਾਨੇ ਸੁਣਾਏ, ਗੁਣ ਵੀ ਹੈ ਬਾਪ ਦੀ ਦੇਣ। ਮੇਰਾ ਇਹ ਗੁਣ ਹੈ, ਮੇਰੀ ਇਹ ਸ਼ਕਤੀ ਹੈ। ਇਹ ਸੁਪਨੇ ਵਿੱਚ ਵੀ ਗਲਤੀ ਨਹੀਂ ਕਰਨਾ, ਇਹ ਬਾਪ ਦੀ ਦੇਣ ਹੈ, ਪ੍ਰਭੂ ਦੇਣ ਹੈ, ਪਰਮਾਤਮ ਦੇਣ ਹੈ। ਪਰਮਾਤਮ ਦੇਣ ਨੂੰ ਆਪਣਾ ਮੰਨਣਾ ਇਹ ਮਹਾਪਾਪ ਹੈ। ਕਈ ਵਾਰ ਕਈ ਬੱਚੇ ਸਾਧਾਰਨ ਭਾਸ਼ਾ ਵਿੱਚ ਸੋਚਦੇ ਵੀ ਨੇ, ਬੋਲਦੇ ਵੀ ਨੇ ਮੇਰੇ ਇਸ ਗੁਣ ਨੂੰ ਯੂਜ਼ ਨਹੀਂ ਕੀਤਾ ਜਾਂਦਾ, ਮੇਰੇ 'ਚ ਇਹ ਸ਼ਕਤੀ ਹੈ, ਮੇਰੀ ਬੁੱਧੀ ਬੜੀ ਚੰਗੀ ਹੈ, ਇਸ ਨੂੰ ਯੂਜ਼ ਨਹੀਂ ਕੀਤਾ ਜਾਂਦਾ। ਇਹ ਮੇਰੀ ਕਿੱਥੋਂ ਆਈ, ਮੇਰੀ ਕਿਹਾ ਤੇ ਮੈਲੀ ਹੋਈ। ਭਗਤੀ ਵਿੱਚ ਇਹ ਸਿਕਸ਼ਾ 63 ਜਨਮਾਂ ਤੋਂ ਦਿੰਦੇ ਰਹੇ, ਮੇਰਾ ਨਾ ਮੰਨੋ ਤੇਰਾ ਮੰਨੋ, ਲੇਕਿਨ ਫਿਰ ਵੀ ਮੰਨਿਆ ਨਹੀਂ। ਤਾਂ ਗਿਆਨ ਮਾਰਗ ਵਿੱਚ ਕਹਿਣਾ ਤੇਰਾ ਤੇ ਮੰਨਣਾ ਮੇਰਾ, ਇਹ ਠੱਗੀ ਇੱਥੇ ਨਹੀਂ ਚਲਦੀ। ਇਸ ਲਈ ਪ੍ਰਭੂ ਪ੍ਰਸਾਦ ਨੂੰ ਆਪਣਾ ਸਮਝਣਾ, ਇਹ ਅਭਿਮਾਨ
ਤੇ ਅਪਮਾਨ ਕਰਨਾ ਹੈ। ਬਾਬਾ ਬਾਬਾ ਸ਼ਬਦ ਕਿਤੇ ਵੀ ਭੁੱਲੇ ਨਹੀਂ। ਬਾਬਾ ਨੇ ਸ਼ਕਤੀ ਦਿੱਤੀ, ਬਾਬਾ ਨੇ ਬੁੱਧੀ ਦਿੱਤੀ, ਬਾਬਾ ਦਾ ਕਾਰਜ ਹੈ, ਬਾਬਾ ਦਾ ਸੈਂਟਰ ਹੈ, ਬਾਬਾ ਦੀਆਂ ਸਭ ਚੀਜ਼ਾਂ ਨੇ। ਐਵੇਂ ਨਾ ਸਮਝੋ ਮੇਰਾ ਸੈਂਟਰ ਹੈ, ਅਸੀਂ ਬਣਾਇਆ ਹੈ, ਸਾਡਾ ਹੱਕ ਹੈ। ਸਾਡਾ ਸ਼ਬਦ ਕਿੱਥੋਂ ਆਇਆ? ਤੁਹਾਡਾ ਹੈ ਕਿ ਗਠਰੀ ਸੰਭਾਲ ਕੇ ਰੱਖੀ ਹੋਈ ਹੈ ਕਿ? ਕਈ ਬੱਚੇ ਅਜਿਹਾ ਨਸ਼ਾ ਦਿਖਾਉਂਦੇ ਨੇ, ਅਸੀਂ ਸੈਂਟਰ ਦਾ ਮਕਾਨ ਬਣਾਇਆ ਤਾਂ ਸਾਡਾ ਅਧਿਕਾਰ ਹੈ। ਲੇਕਿਨ ਬਣਾਇਆ ਕਿਸ ਦਾ ਸੈਂਟਰ? ਬਾਬਾ ਦਾ ਸੈਂਟਰ ਹੈ ਨਾ। ਜਦੋਂ ਬਾਬਾ ਨੂੰ ਅਰਪਣ ਕਰ ਦਿੱਤਾ, ਫਿਰ ਆਪਣਾ ਕਿੱਥੋਂ ਆਇਆ? ਮੇਰਾ ਕਿੱਥੋਂ ਆਇਆ? ਤਾਂ ਬੁੱਧੀ ਬਦਲਦੀ ਹੈ ਤਾਂ ਕਹਿੰਦੇ ਨੇ ਮੇਰਾ ਹੈ। ਮੇਰੇ ਨੇ ਮੈਲਾ ਕੀਤਾ, ਫਿਰ ਮੈਲਾ ਹੋਣਾ ਹੈ। ਜਦੋਂ ਬ੍ਰਾਹਮਣ ਬਣੇ, ਬ੍ਰਾਹਮਣ ਜੀਵਨ ਦਾ ਬਾਪ ਵਿੱਚ ਪਹਿਲਾ ਵਾਅਦਾ ਕੌਣ ਦਾ ਹੈ? ਨਵਿਆਂ ਨੇ ਵਾਅਦਾ ਕੀਤਾ ਹੈ ਜਾਂ ਪੁਰਾਣਿਆਂ ਨੇ ਕੀਤਾ ਹੈ? ਨਵੇਂ ਵੀ ਹੁਣ ਤਾਂ ਪੁਰਾਣੇ ਹੋ ਕੇ ਆਏ ਹੋ ਨਾ। ਨਿਸ਼ਚੈ ਬੁੱਧੀ ਦਾ ਫਾਰਮ ਭਰ ਕੇ ਆਏ ਹੋ ਨਾ। ਤਾਂ ਸਭ ਤੋਂ ਪਹਿਲਾ ਵਾਅਦਾ ਕੀ ਕੀਤਾ? ਸਭ ਦਾ ਪਹਿਲਾ ਵਾਅਦਾ ਇਹੀ ਹੈ ਨਾ, ਤਨ ਮਨ ਧਨ ਬੁੱਧੀ ਸਭ ਤੇਰੇ। ਇਹ ਵਾਅਦਾ ਸਭ ਨੇ ਕੀਤਾ ਹੈ ਨਾ। ਹੁਣੇ ਵਾਅਦਾ ਕਰਨ ਵਾਲੇ ਹੋ ਤਾਂ ਹੱਥ ਚੱਕੋ। ਜੋ ਸਮਝਦੇ ਨੇ ਆਈ ਵੇਲ ਦੇ ਲਈ ਕੁਝ ਤਾਂ ਰੱਖਣਾ ਪਵੇਗਾ। ਸਭ ਕੁਝ ਬਾਪ ਨੂੰ ਕਿਵੇਂ ਦੇ ਦਈਏ? ਕੁਝ ਤਾਂ ਕਿਨਾਰੇ ਰੱਖਣਾ ਪਵੇਗਾ। ਜੋ ਸਮਝਦੇ ਨੇ ਇਹ ਸਮਝਦਾਰੀ ਦਾ ਕੰਮ ਹੈ, ਉਹ ਹੱਥ ਉਠਾਓ। ਕੁਝ ਕਿਨਾਰੇ ਰੱਖਿਆ ਹੈ, ਦੇਖਣਾ। ਫਿਰ ਇਹ ਨਾ ਕਹਿਣਾ ਕਿ ਸਾਨੂੰ ਕਿਸ ਨੇ ਦੇਖਿਆ, ਐਨੀ ਭੀੜ ਵਿੱਚ ਕਿਸ ਨੂੰ ਦੇਖਿਆ। ਬਾਬਾ ਦੇ ਕੋਲ ਟੀਵੀ ਬਹੁਤ ਕਲੀਅਰ ਹੈ, ਉਸ ਤੋਂ ਛੁਪ ਨਹੀਂ ਸਕਦੇ। ਇਸ ਲਈ ਸੋਚ ਸਮਝ ਕੇ ਥੋੜਾ ਰੱਖਣਾ ਹੋ ਭਲੇ ਰੱਖੋ। ਪਾਂਡਵ ਕੀ ਸਮਝਦੇ ਨੇ? ਥੋੜਾ ਰੱਖਣਾ ਚਾਹੀਦਾ ਹੈ। ਅੱਛੀ ਤਰ੍ਹਾਂ ਨਾਲ ਸੋਚ ਲਓ। ਜਿਨ੍ਹਾਂ ਨੂੰ ਰੱਖਣਾ ਹੈ ਉਹ ਹੁਣ ਹੱਥ ਉਠਾ ਲੈਣ, ਬਚ ਜਾਣਗੇ। ਨਹੀਂ ਤਾਂ ਇਹ ਸਮੇਂ, ਇਹ ਸਭਾ, ਇਹ ਤੁਹਾਡਾ ਹਾਂ ਕਰਨਾ, ਇਹ ਸਭ ਦਿਖਾਈ ਦੇਗਾ। ਕਦੇ ਵੀ ਮੇਰਾਪਨ ਨਾ ਰੱਖੋ। ਬਾਬਾ ਕਿਹਾ ਔਰ ਪਾਪ ਗਿਆ। ਬਾਪ ਨਹੀਂ ਕਹਿੰਦੇ ਤਾਂ ਪਾਪ ਹੋ ਜਾਂਦਾ ਹੈ। ਪਾਪ ਦੇ ਵਸ਼ ਹੋ ਜਾਂਦੇ ਨੇ। ਫਿਰ ਬੁੱਧੀ ਕੰਮ ਨਹੀਂ ਕਰਦੀ। ਕਿੰਨਾ ਵੀ ਸਮਝਾਓ, ਕਹਿਣਗੇ ਨਹੀਂ ਇਹ ਤਾਂ ਰਾਈਟ ਹੈ, ਇਹ ਤਾਂ ਹੋਣਾ ਹੀ ਹੈ, ਇਹ ਤਾਂ ਕਰਨਾ ਹੀ ਹੈ। ਬਾਪ ਨੂੰ ਰਹਿਮ ਪੈਂਦਾ ਹੈ ਕਿਉਂਕਿ ਉਸ ਸਮੇਂ ਪਾਪ ਦੇ ਵਸ਼ ਹੁੰਦੇ ਨੇ। ਬਾਪ ਭੁੱਲ ਜਾਂਦਾ ਹੈ, ਪਾਪ ਆ ਜਾਂਦਾ ਹੈ। ਪਾਪ ਦੇ ਵਸ਼ ਹੋਣ ਦੇ ਕਾਰਨ ਜੋ ਬੋਲਦੇ ਨੇ, ਜੋ ਕਰਦੇ ਨੇ, ਉਹ ਖੁਦ ਵੀ ਨਹੀਂ ਸਮਝਦੇ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਪਰਵਸ਼ ਹੁੰਦੇ ਨੇ ਨਾ। ਸਦਾ ਗਿਆਨ ਦੇ ਹੋਸ਼ ਵਿੱਚ ਰਹੋ। ਪਾਪ ਦੇ ਜੋਸ਼ ਵਿੱਚ ਨਾ ਆਓ। ਵਿੱਚੋਂ ਵਿੱਚੋਂ ਇਹ ਮਾਇਆ ਦੀ ਲਹਿਰ ਆਉਂਦੀ ਹੈ। ਤੁਸੀਂ ਨਵੇਂ ਬੱਚੇ ਇਹਨਾਂ ਗੱਲਾਂ ਤੋਂ ਬਚ ਕੇ ਰਹਿਣਾ। ਮੇਰੇ ਵਿੱਚ ਨਹੀਂ ਜਾਣਾ। ਥੋੜਾ ਪੁਰਾਣੇ ਹੋ ਜਾਂਦੇ ਨੇ ਨਾ, ਫਿਰ ਇਹ ਮੇਰੇ ਦੀ ਮਾਇਆ ਬਹੁਤ ਆਉਂਦੀ ਹੈ। ਮੇਰਾ ਵਿਚਾਰ, ਮੇਰੀ ਬੁੱਧੀ ਨਹੀਂ। ਮੇਰਾ ਵਿਚਾਰ ਕਿੱਥੋਂ ਆਇਆ? ਤਾਂ ਸਮਝਾ। ਜਮਾ ਕਰਨ ਦੀ ਵਿਧੀ ਕੀ ਹੈ? ਕਾਰਜ ਵਿੱਚ ਲਗਾਣਾ। ਸਫਲ ਕਰੋ। ਆਪਣੇ ਈਸ਼ਵਰੀ ਸੰਸਕਾਰਾਂ ਨੂੰ ਵੀ ਸਫਲ ਕਰੋ ਤਾਂ ਵਿਅਰਥ ਸੰਸਕਾਰ ਖੁਦ ਹੀ ਖਤਮ ਹੋ ਜਾਣਗੇ। ਈਸ਼ਵਰੀ ਸੰਸਕਾਰਾਂ ਨੂੰ ਕਾਰਜ ਵਿੱਚ ਨਹੀਂ ਲਗਾਉਂਦੇ, ਉਹ ਲਾਕਰ ਵਿੱਚ ਰੱਖਦੇ, ਪੁਰਾਣੇ ਕੰਮ ਕਰਦੇ ਰਹਿੰਦੇ। ਕਈਆਂ ਨੂੰ ਆਦਤ ਹੁੰਦੀ ਹੈ ਨਾ ਬੈਂਕ ਵਿੱਚ, ਅਲਮਾਰੀ ਵਿੱਚ ਰੱਖਣ ਦੀ। ਬਹੁਤ ਚੰਗੇ ਕੱਪੜੇ ਹੋਣਗੇ, ਪੈਸੇ ਹੋਣਗੇ, ਚੀਜ਼ਾਂ ਹੋਣਗੀਆਂ, ਲੇਕਿਨ ਯੂਜ਼ ਫਿਰ ਵੀ ਪੁਰਾਣਾ ਹੀ ਕਰਨਗੇ। ਪੁਰਾਣੀ ਚੀਜ਼ਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ। ਅਲਮਾਰੀ ਦੀਆਂ ਚੀਜ਼ਾਂ ਅਲਮਾਰੀ ਵਿੱਚ ਰਹਿ ਜਾਣਗੀਆਂ, ਉਹ ਪੁਰਾਣੇ ਤੋਂ ਚਲਾ ਜਾਏਗਾ। ਐਵੇਂ ਨਹੀਂ ਕਰਨਾ। ਪੁਰਾਣੇ ਸੰਸਕਾਰ ਯੂਜ਼ ਕਰਦੇ ਰਹੋ ਤੇ ਈਸ਼ਵਰੀ ਸੰਸਕਾਰ ਬੁੱਧੀ ਦੇ ਲਾਕਰ ਵਿੱਚ ਰੱਖੋ। ਨਹੀਂ, ਕਾਰੇ ਵਿੱਚ ਲਗਾਓ, ਸਫਲ ਕਰੋ। ਇਹ ਚਾਰਟ ਰੱਖੋ, ਸਫਲ ਕਿੰਨਾ ਕੀਤਾ। ਸਫਲ ਕਰਨਾ ਮਾਨਾ ਬਚਾਣਾ ਜਾਂ बढ़ाना। ਮਨਸਾ ਤੋਂ ਸਫਲ ਕਰੋ, ਵਾਣੀ ਤੋਂ ਸਫਲ ਕਰੋ। ਸੰਬੰਧ ਸੰਪਰਕ ਕਰਮ ਤੋਂ, ਆਪਣੇ ਸ੍ਰੇਸ਼ਟ ਸੰਗ ਤੋਂ, ਆਪਣੀ ਅਤੀ ਸ਼ਕਤੀਸ਼ਾਲੀ ਵ੍ਰਿੱਤੀ ਤੋਂ ਸਫਲ ਕਰੋ। ਐਵੇਂ ਨਹੀਂ ਮੇਰੀ ਵ੍ਰਿੱਤੀ ਤਾਂ ਚੰਗੀ ਰਹਿੰਦੀ ਹੈ,
लेकिन सफल किन्ना किता। मेरे संस्कार है ही शांत, लेकिन सफल किन्ना किता। ਕਾਰਜ ਵਿੱਚ ਲਗਾਇਆ। ਇਹ ਵਿਧੀ ਅਪਣਾਉਣ ਨਾਲ ਸੰਪੂਰਨਤਾ ਦੀ ਸਿੱਧੀ ਸਹਿਜ ਅਨੁਭਵ ਕਰਦੇ ਰਹੋਗੇ। ਸਫਲ ਕਰਨਾ ਹੀ ਸਫਲਤਾ ਦੀ ਚਾਬੀ ਹੈ। ਸਮਝਿਆ ਕੀ ਕਰਨਾ ਹੈ? ਸਿਰਫ ਆਪਣੇ ਵਿੱਚ ਖੁਸ਼ ਨਹੀਂ ਹੋਵੋ ਕਿ ਮੈਂ ਤਾਂ ਬਹੁਤ ਅੱਛੀ ਗੁਣਵਾਨ ਹਾਂ, ਮੈਂ ਤਾਂ ਬਹੁਤ ਅੱਛਾ ਭਾਸ਼ਣ ਕਰ ਸਕਦੀ ਹਾਂ, ਮੈਂ ਤਾਂ ਬਹੁਤ ਅੱਛੀ ਗਿਆਨੀ ਹਾਂ, ਯੋਗ ਵੀ ਮੇਰਾ ਬਹੁਤ ਅੱਛਾ ਹੈ। ਅੱਛਾ ਹੈ ਤਾਂ ਯੂਜ਼ ਕਰੋ ਨਾ, ਉਸ ਨੂੰ ਸਫਲ ਕਰੋ। ਸਹਿਜ ਵਿਧੀ ਹੈ, ਕਾਰਜ ਵਿੱਚ ਲਗਾਓ ਤੇ ਵਧਾਓ। ਬਿਨਾਂ ਮਿਹਨਤ ਦੇ ਵੱਧਦਾ ਜਾਏਗਾ। 21 ਜਨਮ ਆਰਾਮ ਨਾਲ ਖਾਣਾ, ਉੱਥੇ ਮਿਹਨਤ ਨਹੀਂ ਕਰਨੀ ਪਏਗੀ। ਅੱਜ ਵਿਸ਼ਾਲ ਮਹਿਫਿਲ ਹੈ। ਬਾਬਾ ਨੂੰ ਦੱਸਿਆ ਓਮ ਸ਼ਾਂਤੀ ਭਵਨ ਦਾ ਹਾਲ ਇੱਕਦਮ ਫੁੱਲ ਭਰ ਗਿਆ। ਇਸ ਲਈ ਕਈਆਂ ਨੂੰ ਨੀਚੇ ਮੈਡੀਟੇਸ਼ਨ ਹਾਲ ਵਿੱਚ, ਛੋਟੇ ਹਾਲ ਵਿੱਚ ਬੈਠਣਾ ਪਿਆ। ਇਹ ਹਾਲ ਛੋਟਾ ਪੈ ਗਿਆ। ਬਾਬਾ ਬੋਲੇ, ਸ਼ਾਸਤਰਾਂ ਵਿੱਚ ਤੁਹਾਡਾ ਹੀ ਯਾਦਗਾਰ ਹੈ। ਉਸ ਵਿੱਚ ਗਾਇਨ ਹੈ, ਪਹਿਲੇ ਗਿਲਾਸ ਵਿੱਚ ਪਾਣੀ ਪਾਇਆ, ਫਿਰ ਉਸ ਤੋਂ ਘੜੇ 'ਚ ਪਾਇਆ, ਫਿਰ ਘੜੇ ਤੋਂ ਤਲਾਬ ਵਿੱਚ, ਤਲਾਬ ਤੋਂ ਨਦੀ ਵਿੱਚ, ਆਖਰੀਨ ਕਿੱਥੇ ਗਿਆ? ਸਾਗਰ ਵਿੱਚ। ਇਹ ਮਹਿਫਿਲ ਪਹਿਲੇ ਹਿਸਟਰੀ ਹਾਲ ਵਿੱਚ ਲੱਗੀ, ਫਿਰ ਮੈਡੀਟੇਸ਼ਨ ਹਾਲ ਵਿੱਚ, ਹੁਣ ਓਮ ਸ਼ਾਂਤੀ ਭਵਨ ਵਿੱਚ ਲੱਗ ਰਹੀ ਹੈ। ਫਿਰ ਕਿੱਥੇ ਲੱਗੇਗੀ? ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਸਾਕਾਰ ਮਿਲਨ ਦੇ ਬਿਨਾਂ ਅਵਿਅਕਤ ਮਿਲਨ ਨਹੀਂ ਮਨਾ ਸਕਦੇ ਹੋ। ਅਵਿਅਕਤ ਮਿਲਨ ਮਨਾਉਣ ਦਾ ਅਭਿਆਸ ਸਮੇਂ ਪ੍ਰਮਾਣ ਵਧਣਾ ਹੀ ਹੈ ਔਰ ਵਧਾਣਾ ਵੀ ਹੈ। ਇਹ ਤਾਂ ਦਾਦੀਆਂ ਨੇ ਰਹਿਮਦਿਲ ਹੋ ਕੇ ਤੁਹਾਡੇ ਸਭ ਦੇ ਉੱਪਰ ਰਹਿਮ ਕੀਤਾ, ਵਿਸ਼ੇਸ਼ ਨਵਿਆਂ ਦੇ ਉੱਤੇ। ਲੇਕਿਨ ਅਵਿਅਕਤ ਅਨੁਭਵ ਨੂੰ ਵਧਾਣਾ ਇਹੀ ਸਮੇਂ ਤੇ ਕਾਰਜ ਵਿੱਚ ਆਏਗਾ। ਦੇਖੋ, ਨਵੇਂ ਬੱਚਿਆਂ ਦੇ ਲਈ ਬਾਪ ਦਾਦਾ ਵਿਸ਼ੇਸ਼ ਸਾਕਾਰ ਵਿੱਚ ਮਿਲਣ ਦਾ ਪਾਠ ਹੁਣ ਤੱਕ ਵਜਾ ਰਹੇ ਨੇ। ਲੇਕਿਨ ਇਹ ਵੀ ਕਦੋਂ ਤੱਕ? ਸਭੀ ਖੁਸ਼ ਰਾਜੀ ਹੋ, ਸੰਤੁਸ਼ਟ ਹੋ, ਬਾਹਰ ਰਹਿਣ ਵਿੱਚ ਵੀ ਸੰਤੁਸ਼ਟ ਹੋ। ਇਹ ਵੀ ਡਰਾਮਾ ਵਿੱਚ ਪਾਰਟ ਹੈ। ਜਦੋਂ ਕਹਿੰਦੇ ਹੋ ਸਾਡਾ ਸਾਰਾ ਆਬੂ ਹੋਵੇਗਾ, ਉਹ ਕਿਵੇਂ ਹੋਏਗਾ? ਪਹਿਲੇ ਤੁਸੀਂ ਚਰਨ ਤਾਂ ਰੱਖੋ, ਫਿਰ ਜੋ ਹੁਣ ਧਰਮਸ਼ਾਲਾ ਨਾਮ ਹੈ ਉਹ ਵੀ ਆਪਣਾ ਹੋ ਜਾਵੇਗਾ। ਦੇਖੋ, ਵਿਦੇਸ਼ ਵਿੱਚ ਹੁਣ ਐਵੇਂ ਹੋਣ ਲੱਗਿਆ ਹੈ। ਚਰਚ ਐਨੇ ਨਹੀਂ ਚੱਲਦੇ ਤਾਂ ਬੀਕੇ ਨੂੰ ਦੇ ਦਿੱਤੀਆਂ। ਅਜਿਹੇ ਵੱਡੇ ਸਥਾਨ ਨੇ, ਚੱਲ ਨਹੀਂ ਸਕਦੇ ਤਾਂ ਆਫਰ ਕਰਦੇ ਨੇ ਨਾ। ਬ੍ਰਾਹਮਣਾਂ ਦੇ ਚਰਨ ਪੜੇ ਨੇ ਜਿਹੜੀ ਜਗ੍ਹਾ ਤੇ, ਉਸ ਵਿੱਚ ਵੀ ਰਾਜ ਹੈ। ਬ੍ਰਾਹਮਣਾਂ ਨੂੰ ਰਹਿਣ ਦਾ ਡਰਾਮਾ ਵਿੱਚ ਪਾਠ ਮਿਲਿਆ ਹੋਇਆ ਹੈ। ਸਾਰਾ ਹੀ ਆਪਣਾ ਜਬ ਹੋ ਜਾਏਗਾ ਫਿਰ ਕੀ ਕਰੋਗੇ? ਆਪੇ ਹੀ ਆਫਰ ਕਰਨਗੇ, ਆਪ ਸੰਭਾਲੋ, ਸਾਨੂੰ ਵੀ ਸੰਭਾਲੋ, ਆਸ਼ਰਮ ਵੀ ਸੰਭਾਲੋ। ਜਿਸ ਸਮੇਂ ਜੋ ਪਾਠ ਮਿਲਦਾ ਹੈ ਉਸ ਵਿੱਚ ਰਾਜੀ ਰਹਿ ਕੇ ਪਾਠ ਵਜਾਓ। ਅੱਛਾ, ਚਾਰੋਂ ओर ਦੇ ਸਰਵ ਮਿਲਨ ਮਨਾਉਣ ਦੇ, ਗਿਆਨ ਰਤਨ ਧਾਰਨ ਕਰਨ ਦੀ ਚਾਤਰਕ ਆਤਮਾਵਾਂ ਨੂੰ, ਆਕਾਰ ਰੂਪ ਵਿੱਚ, ਸਾਕਾਰ ਰੂਪ ਵਿੱਚ ਮਿਲਨ ਮੇਲਾ ਮਨਾਉਣ ਵਾਲੀਆਂ ਸ੍ਰੇਸ਼ਟ ਆਤਮਾਵਾਂ ਨੂੰ, ਸਦਾ ਸਰਵ ਖਜ਼ਾਨਿਆਂ ਨੂੰ ਸਫਲ ਕਰ ਸਫਲਤਾ ਸਰੂਪ ਬਣਨ ਵਾਲੀਆਂ ਆਤਮਾਵਾਂ ਨੂੰ, ਸਦਾ ਮੇਰਾ ਬਾਬਾ, ਕੋਈ ਹੱਦ ਦਾ ਮੇਰਾਪਨ ਅੰਸ਼ ਮਾਤਰ ਵੀ ਨਾ ਰੱਖਣ ਵਾਲੀ ਬੇਹੱਦ ਦੀ ਵੈਰਾਗੀ ਆਤਮਾਵਾਂ ਨੂੰ, ਸਦਾ ਹਰ ਸਮੇਂ ਵਿਧੀ ਦੁਆਰਾ ਸੰਪੂਰਨਤਾ ਦੀ ਸਿੱਧੀ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਬਾਪ ਦਾਦਾ ਦਾ ਯਾਦ ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਦਾਦੀਆਂ ਦੇ ਨਾਲ ਅਵਿਅਕਤ ਬਾਪ ਦਾਦਾ ਦੀ ਮੁਲਾਕਾਤ ਸदैव ਕੋਈ ਨਵੀਂ ਸੀਨ ਹੋਣੀ ਚਾਹੀਦੀ ਹੈ ਨਾ। ਇਹ ਵੀ ਡਰਾਮਾ ਵਿੱਚ ਨਵੀਂ ਸੀਨ ਸੀ ਜੋ ਰਿਪੀਟ ਹੋਈ। ਕਦੇ ਸੋਚਿਆ ਸੀ ਇਹ ਹਾਲ ਵੀ ਛੋਟਾ ਹੋ ਜਾਏਗਾ? ਸਦਾ ਇੱਕ ਵਰਗੀ ਸੀਨ ਤਾਂ ਚੰਗੀ ਵੀ ਨਹੀਂ ਲੱਗਦੀ। ਕਦੇ ਦੀ ਸੀਨ ਚੰਗੀ ਲੱਗਦੀ ਹੈ ਨਾ। ਇਹ ਵੀ ਇੱਕ ਰੂਹਾਨੀ ਰੌਣਕ ਹੈ। ਇਹਨਾਂ ਸਭੀ ਆਤਮਾਵਾਂ ਦਾ ਸੰਕਲਪ ਪੂਰਾ ਹੋਣਾ ਸੀ, ਇਸ ਲਈ ਇਹ ਸੀਨ ਹੋ ਗਈ। ਇੱਥੋਂ ਛੁੱਟੀ ਦੇ ਦਿੱਤੀ ਨਾ, ਭਲੇ ਆਓ ਤਾਂ ਕੀ ਕਰਨਗੇ? ਹੁਣ ਤਾਂ ਨਵੇਂ ਹੋਰ ਵਧਣੇ ਨੇ।
ਪੁਰਾਣੇ ਤਾਂ ਪੁਰਾਣੇ ਹੋ ਗਏ। ਜਿਵੇਂ ਉਮੰਗ 'ਚ ਆਏ ਉਵੇਂ ਆਪਣੇ ਆਪ ਨੂੰ ਸੈੱਟ ਕੀਤਾ। ਇਹ ਚੰਗਾ ਕੀਤਾ। ਵਿਸ਼ਾਲ ਤਾਂ ਹੋਣਾ ਹੀ ਹੈ, ਘੱਟ ਤਾਂ ਹੋਣਾ ਨਹੀਂ ਹੈ। ਜਦੋਂ ਵਿਸ਼ਵ ਕਲਿਆਣਕਾਰੀ ਦਾ ਟਾਈਟਲ ਹੈ, ਵਿਸ਼ਵ ਦੇ ਆਗੇ ਇਹ ਤਾਂ ਕੁਝ ਵੀ ਨਹੀਂ। ਵ੍ਰਿੱਧੀ ਵੀ ਹੋਣੀ ਹੈ, ਵਿਧੀ ਵੀ ਨਵੇਂ ਤੇ ਨਵੀਂ ਹੋਣੀ ਹੈ। ਕੁਝ ਨਾ ਕੁਝ ਵਿਧੀ ਹੁੰਦੀ ਰਹਿੰਦੀ ਹੈ। ਹੁਣੇ ਵ੍ਰਿੱਤੀ ਪਾਵਰਫੁਲ ਹੋਵੇਗੀ। ਤਪੱਸਿਆ ਦੁਆਰਾ ਵ੍ਰਿੱਤੀ ਪਾਵਰਫੁਲ ਹੋ ਜਾਵੇਗੀ। ਸਵਤः ਹੀ ਵ੍ਰਿੱਤੀ ਦੁਆਰਾ ਆਤਮਾਵਾਂ ਦੀ ਵ੍ਰਿੱਤੀ ਵੀ ਚੇਂਜ ਹੋਵੇਗੀ। ਅੱਛਾ, ਤੁਸੀਂ ਸਭ ਸੇਵਾ ਕਰਦੇ ਥੱਕਦੇ ਤਾਂ ਨਹੀਂ ਹੋ? ਮੌਜ ਵਿੱਚ ਆ ਰਹੇ ਹੋ। ਮੌਜ ਹੀ ਮੌਜ ਹੈ। ਅੱਛਾ, ਵਰਦਾਨ ਹੈ ਸ੍ਰੇਸ਼ਟ ਕਰਮ ਦੁਆਰਾ ਦੁਆਵਾਂ ਦਾ ਸਟਾਕ ਜਮ੍ਹਾਂ ਕਰਨ ਵਾਲੇ ਚੇਤਨ ਦਰਸ਼ਨੀय ਮੂਰਤ ਭਵ। ਸ੍ਰੇਸ਼ਟ ਕਰਮ ਦੁਆਰਾ ਦੁਆਵਾਂ ਦਾ ਸਟਾਕ ਜਮ੍ਹਾਂ ਕਰਨ ਵਾਲੇ ਚੇਤਨ ਦਰਸ਼ਨੀय ਮੂਰਤ ਭਵ। ਜੋ ਵੀ ਕਰਮ ਕਰੋ ਉਸ ਵਿੱਚ ਦੁਆਵਾਂ ਲਓ, ਦੁਆਵਾਂ ਦੋ। ਸ੍ਰੇਸ਼ਟ ਕਰਮ ਕਰਨ ਵਿੱਚ ਸਭ ਦੀਆਂ ਦੁਆਵਾਂ ਸਵਤः ਮਿਲਦੀਆਂ ਨੇ। ਸਭ ਦੇ ਮੂੰਹ ਤੋਂ ਨਿਕਲਦਾ ਇਹ ਤਾਂ ਬਹੁਤ ਅੱਛੇ ਨੇ। ਵਾਹ, ਉਹਨਾਂ ਦੇ ਕਰਮ ਯਾਦਗਾਰ ਬਣ ਜਾਂਦੇ ਨੇ। ਭਲੇ ਕੋਈ ਵੀ ਕੰਮ ਕਰੋ, ਲੇਕਿਨ ਖੁਸ਼ੀ ਲਓ, ਖੁਸ਼ੀ ਦੋ। ਦੁਆਵਾਂ ਲਓ, ਦੁਆਵਾਂ ਦੋ। ਜਦ ਹੁਣ ਸੰਗਮ ਤੱਕ ਦੁਆਵਾਂ ਲਵਾਂਗੇ, ਦਿਆਂਗੇ, ਤਾਂ ਹੀ ਤੁਹਾਡੇ ਜੜ ਚਿੱਤਰਾਂ ਦੁਆਰਾ ਦੁਆਵਾਂ ਮਿਲਦੀਆਂ ਰਹਿਣਗੀਆਂ। ਵਰਤਮਾਨ ਵਿੱਚ ਵੀ ਚੇਤਨ ਦਰਸ਼ਨੀय ਮੂਰਤ ਬਣ ਜਾਵਾਂਗੇ। ਸਲੋਗਨ ਹੈ ਸਦਾ ਉਮੰਗ ਉਤਸ਼ਾਹ ਵਿੱਚ ਰਹੋ ਤਾਂ ਆਲਸ ਖਤਮ ਹੋ ਜਾਵੇਗਾ। ਸਦਾ ਉਮੰਗ ਉਤਸ਼ਾਹ ਵਿੱਚ ਰਹੋ ਤਾਂ ਆਲਸ ਖਤਮ ਹੋ ਜਾਵੇਗਾ। ਅੱਛਾ, ਓਮ ਸ਼ਾਂਤੀ।